तो मेरी बहन स्कूल चले गए, मैं नहीं सा गई। तो मैं ठीक नहीं है तो मैं घर का काम किए तो मैं लेट गई। पापा आया, पापा ने कहा कि मैं बाहर साथ पापा कहता कमरे च चल, मैं नहीं गई। तो पापा कहता जे तू कमरे च ना गई तो मैं तेन ज़िबा कर दांगा। फिर मैं पापा ने क्या भी मैं तेन ज़िबा कर दांगा। हाँ जी, तो फिर मैं कमरे च चली गई। कमरे च चली गई। अस्सलाम वालेकुम नाजरीन, मैं आपका मेज़बान नदीम और रहमान, आप 44 देख रहे हैं। यहाँ पे एक बहुत ही दिल को दहला देने वाला वाक़या पेश आया है। छोटी बच्ची है जिसकी उम्र तकरीबन 10 साल है, इशबा नामी बच्ची है। उसके साथ उसके वालिद ने ही ज़्यादती की है। एक बात फिर बताता चलूँ, उसके वालिद ने ही उसके साथ ज़्यादती की है। ये किस तरह वाक़या पेश आया, ये सारा मामला क्या है और किस तरह हुआ, हम बात करते हैं उनकी वालदा से और बच्ची से भी मौक़िफ़ उनका लेते हैं। आइए मेरे साथ। जी, मेरे साथ बच्ची की वालदा मौजूद हैं, उनसे पूछते हैं कि ये किस तरह वाक़या पेश आया। जी अस्सलाम वालेकुम। अस्सलाम वालेकुम। ਕੀ ਨਾਮ ਬਾਜੀ ਤੁਹਾਡਾ? मेरा नाम इरम है। ਅੱਛਾ ਬਾਜੀ ਇਰਮ, ਤੁਸੀਂ ਇਹ ਦੱਸੋ ਕਿ ਤੁਹਾਡੀ ਸ਼ਾਦੀ ਨੂੰ ਕਿੰਨਾ ਅਰਸਾ ਹੋ ਗਿਆ? साड़ी शादी ਨੂੰ 7 ਸਾਲ ਹੋ ਗਏ ਆ। 7 ਸਾਲ ਤੁਹਾਡੀ ਸ਼ਾਦੀ ਨੂੰ ਹੋ ਗਏ ਨੇ। ਇਸ ਸ਼ਾਦੀ ਨੂੰ 7 ਸਾਲ ਹੋ ਗਏ ਆ। ਤੇ ਜਿਹੜੀ ਇਸ ਤੋਂ ਪਹਿਲਾਂ ਵੀ ਤੁਹਾਡੀ ਸ਼ਾਦੀ ਹੋਈ ਸੀ? ਹਾਂਜੀ, ਪਹਿਲੇ ਮੇਰੀ ਸ਼ਾਦੀ ਨੂੰ 8 ਸਾਲ ਸੀ ਤੇ ਮੈਨੂੰ ਤਲਾਕ ਹੋ ਗਈ ਸੀ। ਯਾਨੀ ਕਿ ਜਿਹੜੀ ਬੱਚੀ ਨਾਲ ਤੁਹਾਡੀ ਜ਼ਿਆਦਤੀ ਹੋਈ ਹੈ ਹਾਂਜੀ, ਉਹਦੇ ਪਿਓ ਨੇ ਕੀਤੀ, ਉਹ ਸੱਕਾ ਸੀ ਕਿ ਮਤਰਿਆਇਆ ਸੀ? ਇਹ ਮਤਰੇਆ ਸੀ। ਦੂਸਰੀ ਸ਼ਾਦੀ ਹੋਈ ਹੈ ਉਹਦੇ ਵਿੱਚੋਂ ਸੀ? ਹਾਂਜੀ। ਹਾਂਜੀ। ਤੇ ਇਹਦੇ ਵਾਲਦ ਦਾ ਕੀ ਨਾਂ ਸੀ? ਫਜ਼ਲ ਮਹਿਬੂਬ। ਫਜ਼ਲ ਮਹਿਬੂਬ? ਕਿਹੜੇ ਦੂਸਰੇ ਦਾ? ਦੂਸਰੇ ਦਾ। ਹਾਂਜੀ, ਫਜ਼ਲ ਮਹਿਬੂਬ। ਫਜ਼ਲ ਮਹਿਬੂਬ? ਹਾਂਜੀ। ਤੇ ਫਜ਼ਲ ਮਹਿਬੂਬ ਯਾਨੀ ਕਿ ਜਿਹੜਾ ਇਹਦਾ ਵਾਲਦ ਸੀ। ਹਾਂਜੀ। ਬਾਜੀ ਜਿਹੜੀ ਤੁਹਾਡੀ ਪਹਿਲੀ ਸ਼ਾਦੀ ਹੋਈ ਸੀ ਉਹਦੇ ਚ ਕਿੰਨੇ ਬੱਚੇ ਸੀ? ਉਹਦੇ ਚ ਮੇਰੇ 5 ਬੱਚੇ ਨੇ। ਤੇ ਜਿਹੜੀ ਹੁਣ ਸ਼ਾਦੀ ਹੋਈ ਹੈ ਤੁਹਾਡੀ, ਜਿਹੜੀ ਫਜ਼ਲ ਨਾਲ ਸ਼ਾਦੀ ਹੋਈ ਹੈ, ਇਹਦੇ ਚ ਕਿੰਨੇ ਬੱਚੇ ਸੀ? ਇਹਦੇ ਚੋਂ ਇਕੱਲੀ ਬੱਚੀ ਹੈ। ਇਹਦੇ ਚੋਂ ਇਕੱਲੀ ਬੱਚੀ ਹੈ, ਸਗੀ ਯਾਨੀ ਕਿ ਉਹਦੀ ਇੱਕੋ ਹੀ ਬੇਟੀ? ਉਹਦੀ ਆਪਣੀ ਬੇਟੀ ਹੈ। ਤੇ ਇਸ਼ਬਾ ਇਹ ਤੁਹਾਡੀ ਯਾਨੀ ਕਿ ਇੱਕ ਬੱਚੀ ਹੈ? ਪਹਿਲੇ ਮੇਰੇ ਮੀਆਂ ਦੀ ਬੱਚੀ ਹੈ। ਇਹਦੇ ਤੋਂ ਹੋਰ ਕਿੰਨੇ ਨੇ ਬੱਚੇ ਨਾਲ? ਇਹਦੇ ਤੋਂ ਵੱਡੇ 3, ਇਹਦੇ ਤੋਂ ਵੱਡੇ ਨੇ ਤੇ ਇੱਕ ਇਹਦੇ ਤੋਂ ਛੋਟਾ ਹੈ। ਮੇਰੇ 5 ਬੱਚੇ ਨੇ ਤੁਹਾਡੀ ਪਹਿਲੀ ਸ਼ਾਦੀ ਚੋਂ? ਹਾਂਜੀ। ਇਹ ਜਿਹੜੀ ਇਸ਼ਬਾ ਇਹ ਕਿੰਨੇ ਤੋਂ ਛੋਟੀ ਹੈ ਜਾਂ? ਨਹੀਂ, ਇਹ ਦੂਸਰੇ ਨੇ। ਵੱਡਾ ਕੌਣ ਹੈ, ਬੱਚਾ ਹੈ ਜਾਂ ਬੱਚੀ ਹੈ? ਬੇਟੀ ਹੈ ਮੇਰੀ ਵੱਡੀ। ਕਿੰਨੇ ਸਾਲ ਉਮਰ ਹੈ ਉਹਦੀ? 15 ਸਾਲ ਹੈਗੀ ਉਹਦੀ ਉਮਰ। ਤੇ ਇਹ ਜਿਹੜੀ ਬੱਚੀ ਨਾਲ ਜ਼ਿਆਦਤੀ ਹੋਈ ਹੈ ਇਹਦੀ ਕਿੰਨੇ ਸਾਲ ਉਮਰ ਹੈ? ਇਹਦੀ 10 ਸਾਲ ਹੈ। ਤੇ ਉਸ ਤੋਂ ਪਹਿਲਾਂ ਬਾਜੀ ਤੁਸੀਂ ਇਹ ਦੱਸੋ ਕਿ ਵੱਡੀ ਤਾਂ ਉਹ ਬੱਚੀ ਤੁਹਾਡੀ ਹੈ, ਉਹਦੇ ਨਾਲ ਵੀ ਕਦੀ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨੇ? ਇਹ ਗੱਬੀ 1-2 ਦਫਾ ਨਾ ਹਰਕਤ ਕੀਤੀ ਸੀ ਲੇਕਿਨ ਕੋਸ਼ਿਸ਼ ਨਹੀਂ ਕੀਤੀ ਸੀ। ਉਦੋਂ ਵੀ ਸਾਡਾ ਨਾ ਬਸ ਅਸੀਂ ਮਤਲਬ ਸ਼ੱਕ ਸ਼ੁਬਾ ਸੀ ਤੁਹਾਨੂੰ? ਹਾਂਜੀ, ਸ਼ੱਕ ਸ਼ੁਬਾ ਹੋਇਆ ਸੀ ਤੇ ਬੜੀ ਕੀਤੀ ਸੀ ਮੇਰੇ ਭਾਈਆਂ ਨੇ ਵੀ, ਮੈਂ ਵੀ, ਮੇਰੀ ਅੰਮੀ ਨੇ ਵੀ। ਤਾਂ ਉਹ ਸਾਡੇ ਨਾਲ ਨਾ ਮਿਹਨਤ ਤਰਲਾ ਉਦੋਂ ਉਹਨੇ ਕਰ ਲਿਆ। ਅੰਮੀ ਦੇ ਪੈਰੀ ਹੱਥ ਲਾਏ ਆ, ਕੁੜੀ ਦੇ ਸਿਰ ਤੇ ਕੁਰਾਨ ਰੱਖ ਕੇ ਕਸਮ ਖਾਦੀ ਸੀ ਉਹਨੇ ਵੀ ਮੇਰੀਆਂ ਸਕੀਆਂ ਧੀਆਂ ਨੇ ਤੇ ਮੇਰੇ ਤੋਂ ਅੱਜ ਤੋਂ ਬਾਅਦ ਮੇਰੇ ਕੋਲ ਗਲਤੀ ਹੋ ਗਈ ਤਾਂ ਮੈਂ ਇੰਜ ਦੀ ਹਰਕਤ ਨਹੀਂ ਕਰਦਾ ਤੇ ਨਾ ਮੈਂ ਕਰਾਂਗਾ। ਮਤਲਬ ਜਿਹੜੀ ਤੁਹਾਡੀ ਸਭ ਤੋਂ ਵੱਡੀ ਬੱਚੀ ਹੈ ਉਹਦੇ ਨਾਲ ਵੀ ਉਹਨੇ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਸ਼ੱਕ ਸ਼ੁਬਾ ਸੀ? ਹਾਂਜੀ ਬਸ। ਲੇਕਿਨ ਤੁਸੀਂ ਉਦੋਂ ਕਿਉਂ ਨਾ ਕੋਸ਼ਿਸ਼ ਕੀਤੀ ਕਿ ਅਗਰ ਤੁਸੀਂ ਉਦੋਂ ਕੋਸ਼ਿਸ਼ ਕੀਤੀ ਹੁੰਦੀ ਉਹਨੂੰ ਸਜ਼ਾ ਦਿਵਾਉਣ ਦੀ ਤੇ ਅੱਜ ਨੂੰ ਇਹ ਵਾਕਿਆ ਨਾ ਪੇਸ਼ ਆਉਂਦਾ? ਬਸ ਉਦੋਂ ਇੱਥੋਂ ਤੱਕ ਨੌਬਤ ਨਹੀਂ ਨਾ ਹੈਗੀ ਸੀ। ਜਦੋਂ ਉਹਨੇ ਕਸਮ ਖਾਧੀ, ਫਿਰ ਮੁਸਲਮਾਨ ਜ਼ਹਿਰੀ ਗੱਲ, ਕਸਮ ਤੇ ਯਕੀਨ ਹੋਣਾ ਚਾਹੀਦਾ ਇਨਸਾਨ ਨੂੰ ਕਿਸੇ ਦੀ ਜ਼ਬਾਨ ਤੇ ਵੀ। ਫਿਰ ਜ਼ਬਾਨ ਅਸੀਂ ਉਹਦੀ ਜ਼ਬਾਨ ਸੁਣ ਕੇ ਤੇ ਚੁੱਪ ਕਰ ਗਏ। ਮੁਸਲਮਾਨ ਜ਼ਹਿਰੀ ਗੱਲ, ਫਿਰ ਮੁਸਲਮਾਨ ਦੀ ਜ਼ਬਾਨ ਸਮਝਣੀ ਚਾਹੀਦੀ ਹੈ। ਤੇ ਤੁਹਾਨੂੰ ਇਹ ਸਾਰੇ ਵਾਕਿਆ ਦਾ ਕਿਸ ਤਰ੍ਹਾਂ ਪਤਾ ਲੱਗਾ? ਮੈਂ ਤਾਂ ਘਰ ਨਹੀਂ ਸਾਂਦੀ ਹੈਗੀ ਤਾਂ ਬੱਚੀ ਨਾਲ ਫਿਰ ਵਾਕਿਆ ਹੋਇਆ ਜਿਹੜਾ ਉਹ ਫਿਰ ਉਹਨੇ ਆਪਣੇ ਭਾਈ ਨੂੰ, ਉਹ ਦੋਵੇਂ ਭੈਣ ਭਰਾ ਸਕੂਲ ਗਿਆ ਸੀ ਤੇ ਬੱਚੀ ਘਰ ਇਕੱਲੀ ਸੀ ਤੇ ਮੈਨੂੰ ਕਹਿੰਦਾ ਵੀ ਮੇਰਾ ਨਾ ਆਈਡੀ ਕਾਰਡ ਨਹੀਂ ਹੈਗਾ ਤੇ ਮੈਂ ਉਹਦੀ ਨਾ ਡੇਟ ਐਕਸਪਾਇਰ ਹੋਈ ਹੈ। ਤੇ ਮੈਂ ਸੁਬਾਹ ਦਿਹਾੜੀ ਜਾਣ ਲੱਗੀ ਤੇ ਮੈਂ ਪੈਸੇ ਵੀ ਤੇ ਉਹਦਾ ਸ਼ਨਾਖਤੀ ਕਾਰਡ ਵੀ ਇੱਥੇ ਰੱਖ ਗਈ ਅੰਦਰ। ਮੈਂ ਕਿਹਾ ਵੀ ਆਵੇਗਾ ਤੇ ਆਣ ਕੇ ਤੇ ਲੈ ਲੈਗਾ। ਤਾਂ ਮੈਂ ਤਾਂ ਹੈ ਨਹੀਂ ਸਕਾ, ਮੈਂ ਤਾਂ ਹਲਵਾਂ ਦਿਹਾੜੀ ਚਲੀ ਗਈ ਤੇ ਮੇਰੇ ਮਗਰੋਂ ਫਿਰ ਆਇਆ ਕਿਤੇ ਤੇ ਉਹਨੂੰ ਮੌਕਾ ਲੱਭ ਗਿਆ। ਬੱਚੀ ਘਰ। ਇਹ ਵਾਕਿਆ ਨੂੰ ਕਿੰਨੇ ਦਿਨ ਹੋ ਗਏ ਨੇ? ਇਹ ਜੁਮੇ ਵਾਲੇ ਦਿਨ ਦੀ ਗੱਲ ਹੈ। ਅੱਜ ਤੋਂ ਤਕਰੀਬਨ 2 ਦਿਨ ਪਹਿਲੇ ਦੀ ਗੱਲ ਹੈ। ਇਹ ਗੁਜ਼ਿਸ਼ਤਾ ਜਿਹੜਾ ਜੁਮਾ ਗੁਜ਼ਰਿਆ ਜੁਮੇ ਵਾਲੇ ਦਿਨ? ਹਾਂਜੀ। ਅੱਜ ਤੋਂ 2 ਦਿਨ ਪਹਿਲਾਂ ਦਾ ਵਾਕਿਆ? ਹਾਂਜੀ, 10 ਵਜੇ ਦੇ ਗੇੜ ਵਾਕਿਆ ਹੈਗਾ ਹੈ। ਤੇ ਤੁਸੀਂ ਕੀ ਬਾਹਰ ਆਲਵਾ ਦਿਹਾੜੀ ਨੂੰ ਗਏ ਸੀ? ਹਾਂਜੀ,
ਆਲਵਾਂ ਦੀ ਦਿਹਾੜੀ ਗਈ ਸੀ, ਬੱਚੇ ਵੀ ਸਕੂਲ ਗਿਆ ਸੀ ਤਾਂ ਫਿਰ ਬੱਚੇ ਸਕੂਲੋਂ ਆਏ ਨੇ ਤੇ ਆਣ ਕੇ ਉਹਨਾਂ ਨੇ ਵੇਖਿਆ ਇਹ ਸਹੀ ਨਹੀਂ ਸਹਿੰਦੇ। ਉਹਨਾਂ ਬੱਚਿਆਂ ਦੇ ਆਉਣ ਤੋਂ ਪਹਿਲੇ ਉਹਨੇ ਜੋ ਵਾਕਿਆ ਕਰਨਾ ਸੀ ਕਰਕੇ ਤੇ ਉਹ ਆਪ ਫਰਾਰ ਹੋ ਗਿਆ। ਤਾਂ ਬੱਚੀ ਘਰ ਕੱਲੀ ਵਿਚਾਰੀ ਰੋਂਦੀ ਪਈ ਸੀ ਤੇ ਉਹਦਾ ਭਰਾ ਵੀ ਆਇਆ, ਭੈਣ ਵੀ ਆਈ। ਉਹਨਾਂ ਪੁੱਛਿਆ ਤੈਨੂੰ ਕੀ ਹੋਇਆ? ਇਹਨੇ ਉਹਨਾਂ ਨੂੰ ਬੱਚੇ ਸੀ, ਉਹਨਾਂ ਨੂੰ ਕੀ ਉਹਨੇ ਕਹਿਣਾ ਸੀ? ਉਹਨਾਂ ਨੂੰ ਕਹਿੰਦੇ ਜਾ ਉਧਰ ਮਾਮੀ ਨੂੰ ਬੁਲਾ ਕੇ ਲਿਆਓ, ਮੇਰੀ ਤਬੀਅਤ ਨਹੀਂ ਸਹੀ ਹੈਗੀ, ਮੈਨੂੰ ਦਵਾਈ ਲੈ ਆਵਣ। ਤਾਂ ਉਹਦੀ ਮਾਮੀ ਪਹਿਲੇ ਛੋਟੀ ਆਈ ਹੈ, ਉਹਨੇ ਆਣ ਕੇ ਜਦੋਂ ਮੌਕਾ ਵੇਖਿਆ ਉਹ ਤੇ ਆਂਦੀ ਮੈਨੂੰ ਤਾਂ ਚੱਕਰ ਆਉਣ ਲੱਗ ਪਿਆ, ਮੇਰੇ ਕੋਲ ਤਾਂ ਮੌਕਾ ਮਤਲਬ ਵੇਖਿਆ ਤੁਸੀਂ ਬੱਚੀ ਖੂਨ ਨਾਲ ਲੱਤ-ਪੱਤ ਸੀ? ਹਾਂਜੀ, ਖੂਨੋ ਖੂਨ ਤੇ ਹਾਲੋ ਬਿਹਾਲ ਹੋਈ ਸੀ ਤੇ ਬੜੀ ਪਰੇਸ਼ਾਨ ਤੇ ਰੋਂਦੀ ਸੀ ਪਈ ਤੇ ਬਹੁਤ ਬੁਰੇ ਹਾਲਾਤ ਸੀ ਉਹਦੇ। ਜਦੋਂ ਉਹਨੇ ਕੱਪੜਾ ਉਤਾਰ ਕੇ ਰਜ਼ਾਈ 'ਚ ਇੰਝ ਪਈ ਸੀ ਜਿਵੇਂ ਹੁਣ ਪਈ ਐਵੇਂ ਰਜ਼ਾਈ ਵਿੱਚ ਪਈ ਹੋਈ। ਜਿਹੜਾ ਇਹਦਾ ਸੁਤੇਲਾ ਬਾਪ ਸੀ ਉਹ ਜ਼ਿਆਦਤੀ ਕਰਕੇ ਤੇ ਬਾਹਰ ਚਲਾ ਗਿਆ ਸੀ? ਹਾਂਜੀ, ਆ ਫਰਾਰ ਹੋ ਗਿਆ, ਘਰ ਕੋਈ ਨਹੀਂ ਸੀ, ਬਸ ਕੱਲੀ ਬੱਚੀ ਸੀ। ਜਦੋਂ ਤੁਸੀਂ ਆਲੂਆਂ ਦੀ ਦਿਹਾੜੀ ਤੇ ਆਏ ਤੁਸੀਂ ਆ ਕੇ ਵੇਖਿਆ ਕਿ ਬੱਚੀ ਕੱਲੀ ਪਈ ਹੋਈ ਹੈ? ਨਹੀਂ, ਜਦੋਂ ਆਲਵਾਂ ਦੀ ਦਿਹਾੜੀ ਤੋਂ ਉਹ ਪਹਿਲੇ ਤੁਹਾਨੂੰ ਦੱਸ ਨਹੀਂ ਪਿਨਾ ਵੀ ਉਹਦੀ ਮਾਮੀ ਉਹਨੇ ਸੁਨੇਹਾ ਭੇਜਿਆ ਨਾ, ਮਾਮੀ ਹੁੰਦੀ ਆਈ ਫਿਰ ਇੱਧਰ, ਨਾਨੀ ਵੀ ਘਰ ਨਹੀਂ ਸੀਗੀ ਤੇ ਮੈਂ ਵੀ ਨਹੀਂ ਹੈਗੀ ਸਾਂਦੀ। ਤਾਂ ਉਹ ਫਿਰ ਘਰ ਕੱਲੀ ਸੀ ਤੇ ਉਹ ਆਈ ਤੇ ਫਿਰ ਆਣ ਕੇ ਤੇ ਉਹਦੀ ਮਾਮੀ ਨੇ ਵੇਖਿਆ, ਜਦੋਂ ਹਾਲਾਤ ਵੇਖੇ ਉਹਨੇ ਕੱਪੜਾ ਉਤਾਰ ਕੇ ਤਾਂ ਆਂਦੀ ਮੇਰੇ ਵੇਖਣ ਤੋਂ ਬਰਦਾਸ਼ਤ ਤੋਂ ਬਾਹਰ ਹੋ ਗਿਆ। ਫਿਰ ਉਹ ਘਰ ਉਂਝ ਹੀ ਵਾਪਸ ਚਲੀ ਗਈ। ਜਾ ਕੇ ਫਿਰ ਉਹਨੇ ਆਪਣੀ ਇਹਦੀ ਵੱਡੀ ਮਾਮੀ ਨੂੰ ਭੇਜਿਆ, ਬੱਚੀ ਦੀ ਵੱਡੀ ਮਾਮੀ ਨੂੰ। ਫਿਰ ਉਹ ਆਈ ਆਣ ਕੇ ਉਹਨੇ ਇਹਦੇ ਬੱਚੀ ਦੇ ਕੱਪੜੇ ਬਦਲਾਏ, ਇਹਨੂੰ ਵੇਖਿਆ, ਵੇਖ ਕੇ ਫਿਰ ਉਹਨੇ ਇਹਦੇ ਕੱਪੜੇ ਬਦਲਾ ਕੇ ਤੇ ਫਿਰ ਉਹ ਆਪਣੇ ਘਰ ਇਹਨੂੰ ਲੈ ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਇਹ ਕਿ ਜਦੋਂ ਵਾਕਿਆ ਹੋਇਆ ਸਭ ਤੋਂ ਪਹਿਲਾਂ ਮਾਮੀ ਨੇ ਆ ਕੇ ਵੇਖਿਆ? ਮਾਮੀ ਨੇ ਆਣ ਕੇ ਵੇਖਿਆ ਸੀ ਤਾਂ ਉਹਨੂੰ ਪਤਾ ਸੀ। ਉਹਨੇ ਫਿਰ ਆਣ ਕੇ ਇਹਦੇ ਕੱਪੜੇ ਬਦਲੇ ਵੀ ਜ਼ਾਹਿਰ ਗੱਲ। ਫਿਰ ਇੱਥੋਂ ਉਹਨੇ ਆਪਣੇ ਘਰ ਇਸ ਘਰ ਤੋਂ 2 ਗਲੀਆਂ ਅੱਗੇ ਘਰ ਹੈ ਨਾ, ਤੇ ਲੈ ਕੇ ਗਈ ਤਾਂ ਫਿਰ ਵਿਚਾਰੀ ਬੜੀ ਮੁਸ਼ਕਲ ਆਪਣੇ ਘਰ ਤੱਕ ਲੈ ਕੇ ਗਈ। ਜਾ ਕੇ ਫਿਰ ਉਹਨੇ ਮਾਮੀ ਦਾ ਘਰ ਇੱਥੋਂ ਕਿੰਨੀ ਦੂਰ? 2 ਗਲੀਆਂ ਅੱਗੇ ਹੈਗਾ ਘਰ। 2 ਗਲੀਆਂ ਉਹ ਆਪਣੇ ਘਰ ਲੈ ਗਈ? ਹਾਂਜੀ, ਆਪਣੇ ਘਰ ਲੈ ਗਈ। ਤਾਂ ਫਿਰ ਉਹ ਜਾ ਕੇ ਤਾਂ ਉਹਨੇ ਕੱਪੜੇ ਉਹਦੇ ਬਦਲ ਕੇ ਤਾਂ ਉੱਥੇ ਫਿਰ ਉਹਨੇ ਰਜ਼ਾਈ ਵਿਛਾ ਕੇ ਤਾਂ ਉੱਥੇ ਉਹਨੂੰ ਪਾਏ ਰੱਖਿਆ। ਤਾਂ ਸਾਨੂੰ ਫਿਰ ਮੇਰੇ ਭਾਈ ਨੇ ਪਿੱਛੋਂ ਫੋਨ ਕੀਤਾ, ਮੇਰੇ ਭਾਈ ਨੂੰ ਪਤਾ ਲੱਗਾ। ਤੁਸੀਂ ਕਿੱਥੇ ਸੀ? ਮੈਂ ਨਹੀਂ ਸਹਾਇਆ, ਅਸੀਂ ਤਲਵੰਡੀ ਉੱਥੇ ਆਲਵਾਂ ਦੀ ਦਿਹਾੜੀ ਤੇ ਸੀ। ਆਲਵਾਂ ਦੀ ਦਿਹਾੜੀ ਤੋਂ ਪਿੱਛੋਂ ਮੇਰੇ ਭਾਈ ਨੂੰ ਪਤਾ ਲੱਗਾ। ਫਿਰ ਜਦੋਂ ਮਾਮੀ ਜ਼ਾਹਿਰੀ ਗੱਲ ਆਈ ਤਾਂ ਫਿਰ ਉਹਨੇ ਆਣ ਕੇ ਆਪਣੇ ਮੀਆਂ ਨੂੰ ਦੱਸਿਆ। ਫਿਰ ਇਹਨਾਂ ਨੂੰ ਪਤਾ ਚੱਲਿਆ। ਫਿਰ ਇਹਨਾਂ ਨੇ ਮੈਨੂੰ ਵੀ ਫੋਨ ਕਰ ਦਿੱਤਾ, ਅੰਮੀ ਨੂੰ ਵੀ ਫੋਨ ਕਰਤਾ। ਅੰਮੀ ਗਈ ਸੀ ਮੇਰੀ ਭੈਣ ਦੇ ਕੋਲ, ਘਰ ਨਹੀਂ ਸੀ ਹੈਗੀ। ਅੰਮੀ ਵੀ ਆ ਗਈ, ਅਸੀਂ ਵੀ ਆ ਗਏ। ਆਣ ਕੇ ਜਦੋਂ ਮੈਂ ਮੌਕਾ ਵੇਖਿਆ ਮੇਰੇ ਤਾਂ ਬਰਦਾਸ਼ਤ ਤੋਂ ਬਾਹਰ ਹੋ ਗਿਆ। ਫਿਰ ਮੈਨੂੰ ਤਾਂ ਇੰਨੀ ਕੁ ਦੁੱਖ ਤੇ ਤਕਲੀਫ ਹੋਈ ਕਿ ਮੇਰੇ ਤਾਂ ਹੱਥ ਵੀ ਮੇਰੇ ਲਿਬੜੇ, ਮੇਰੇ ਪੈਰ ਵੀ ਲਿਬੜੇ। ਮੈਂ ਮਿੱਟੀ ਮੋਹ ਵੀ ਆਦੀ ਧੀ ਨੂੰ ਚੁੱਕਿਆ ਤੇ ਮੈਂ ਉਸੇ ਵੇਲੇ ਅਸੀਂ ਕੈਰੀ ਡੱਬਾ ਮੰਗਾਇਆ, ਮੈਂ ਥਾਣੇ ਲੈ ਗਈ। ਥਾਣੇ ਗਿਆ ਤੇ ਫਿਰ ਅੱਗੋਂ ਜਾਂਦਿਆਂ ਨੂੰ ਉਹਨਾਂ ਨੇ ਆਖਿਆ ਵੀ ਇੱਕ ਵਾਰ ਅਸੀਂ ਤੁਹਾਡੇ ਘਰ ਦੁਬਾਰਾ ਜਾਣਾ। ਪਹਿਲੇ ਉੱਥੇ ਇਹਨਾਂ ਨੇ ਸਾਰੀ ਗੱਲਬਾਤ ਕੀਤੀ ਨਾ ਕਰਕੇ ਤੇ ਫਿਰ ਪਹਿਲੇ 15 ਤੇ ਕਾਲ ਕੀਤੀ ਤੇ ਕਾਲ ਵਾਲਿਆਂ ਨੇ ਕਿਹਾ ਵੀ ਉਹਨਾਂ ਨੇ ਫਿਰ ਉਹ ਗਰਦੌਰੀ ਤੇ ਜਿਹੜੇ ਪੁਲਿਸ ਵਾਲੇ ਹੁੰਦੇ ਨੇ ਉਹਨਾਂ ਨੂੰ ਭੇਜਿਆ। ਉਹ ਆਏ, ਫਿਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਗਰਦੌਰੀ ਤੇ ਆ ਤੇ ਲੇਕਿਨ ਹੈਗਾ ਵੀ ਤੁਸੀਂ ਨਾ ਇੱਥੇ ਥਾਣੇ ਖੁਦ ਜਾਓ ਤੇ ਜਾ ਕੇ ਤੇ ਗੱਲ ਗੁੱਲ ਕਰੋ। ਫਿਰ ਮੇਰੇ ਭਾਈ ਗਏ ਨੇ ਨਾਲ, ਮੈਨੂੰ ਵੀ ਲੈ ਕੇ ਗਏ, ਬੱਚੀ ਨੂੰ ਵੀ ਲੈ ਕੇ ਗਿਆ। ਅਸੀਂ ਕੈਰੀ ਡੱਬਾ ਕਰਵਾਇਆ ਤੇ ਇਹਨੂੰ ਲੈ ਕੇ ਗਏ। ਜਾ ਕੇ ਤੇ ਫਿਰ ਉੱਥੇ ਉਹਨਾਂ ਨੂੰ ਵਹਾਇਆ, ਨਾਲ ਗੱਲ ਕੀਤੀ ਤੇ ਫਿਰ ਜ਼ਾਹਿਰੀ ਗੱਲ ਫਿਰ ਆਸਤਾ ਹੀ ਉਹਨੇ ਕੰਮ ਚੱਲਣਾ ਸੀ। ਫਿਰ ਉਹਨਾਂ ਨੇ ਗੱਲ ਗੁੱਲ ਕਰਕੇ ਤੇ ਫਿਰ ਆਏ ਨੇ। ਫਿਰ ਦੁਬਾਰਾ ਸਾਨੂੰ ਨਾਲ ਲੈ ਕੇ ਲਾਹੌਰੋਂ ਟੀਮ ਆਈ ਨਾਲ ਤੇ ਉਹ ਵੀ ਆਏ ਨੇ, ਫਿਰ ਅਸੀਂ ਵੀ ਆਏ। ਇਹਦਾ ਮੈਡੀਕਲ ਵਗੈਰਾ ਕਰਵਾਇਆ? ਹਾਂਜੀ, ਮੈਡੀਕਲ ਕਰਵਾਇਆ। ਕਰਵਾ ਕੇ ਤੇ ਫਿਰ ਉਹਨਾਂ ਨੇ ਸਾਨੂੰ ਬਣਾ ਕੇ ਦਿੱਤੇ ਆ ਕਾਗਜ਼ ਜਿਹੜੇ ਅਸੀਂ ਹਸਪੀਟਲ ਜਾਣਾ ਸੀ। ਫਿਰ ਤਾਂ ਹਸਪੀਟਲ ਲੈ ਕੇ ਗਏ ਆ ਤਾਂ ਉੱਥੇ ਵੀ ਸਾਨੂੰ ਇੱਥੇ ਪਹਿਲੇ ਭੱਜਦਿਆਂ ਭਜਾਉਂਦਿਆਂ ਸਾਨੂੰ 1-1:30 ਦਾ ਟਾਈਮ ਹੋ ਗਿਆ, 2 ਦਾ। ਤਾਂ ਉੱਥੇ ਜਾਂਦੇ ਨੂੰ ਅਸੀਂ ਫਿਰ ਕਾਗਜ਼ ਪੱਤਰ ਬਣਵਾਉਂਦੇ ਸਾਨੂੰ 2-3 ਵੱਜ ਗਏ। 3 ਦਾ ਟਾਈਮ ਹੋ ਹੀ ਗਿਆ ਜਦੋਂ ਅਸੀਂ ਐਮਰਜੈਂਸੀ ਪਹੁੰਚੇ ਹਾਂ। ਅਤੇ ਉੱਥੇ ਗਏ, ਜਾ ਕੇ ਉੱਥੇ ਫਿਰ ਮੈਡੀਕਲ ਉਹਨਾਂ ਨੇ ਕਰਦਿਆਂ ਕੁਰਦਿਆਂ ਕਾਗਜ਼ ਕੁਗਜ਼ ਬਣਾਉਂਦਿਆਂ ਸਾਨੂੰ ਸਾਰੀ ਰਾਤ ਵੀ ਸਾਡੀ ਇਵੇਂ ਗੁਜ਼ਰੀ, ਸਾਰਾ ਦਿਨ ਵੀ। ਫਿਰ ਅਸੀਂ ਦੂਸਰੇ ਦਿਨ ਦਿਗਰ ਵੇਲੇ ਘਰ ਪਹੁੰਚੇ। ਪਹਿਲੇ ਅਸੀਂ ਛੁੱਟੀ, ਸਾਨੂੰ ਹਸਪੀਟਲੋਂ ਛੁੱਟੀ ਹੋਈ, ਅਸੀਂ ਕਸੂਰ ਗਏ। ਕਸੂਰੋਂ ਫਿਰ ਸਾਨੂੰ ਜਿਹੜੇ ਉਹਦੇ ਸਿਪਾਹੀ ਦੇ ਮੱਥੇ ਲੱਗਣਾ ਸੀ ਉਹਨਾਂ ਸਾਨੂੰ ਮਿਲਿਆ। ਫਿਰ ਅਸੀਂ ਖੁੜੀਆਂ ਆਏ, ਖੁੜੀਆਂ ਸਾਨੂੰ ਮਿਲਿਆ। ਫਿਰ ਇੱਥੇ ਆਏ ਤੇ ਇੱਥੋਂ ਅੱਗੋਂ ਆਉਂਦਿਆਂ ਨੂੰ ਹੁੰਦੀ ਤੇ ਮੇਰੀ ਬਹਿਸ ਹੋ ਗਈ। ਉਹ ਕਹਿੰਦਾ ਵੀ ਜਿਹੜਾ ਮੁਲਜ਼ਮ ਹੈ, ਅਸੀਂ ਉਹਨੂੰ ਕਿਹਾ ਵੀ ਮੈਨੂੰ ਪੁੱਛਦਾ ਬਾਜੀ ਹੁਣ ਤੁਸੀਂ ਕਿਵੇਂ ਕਰਨੀ? ਮੈਂ ਕਿਹਾ ਹੁਣ ਅਸੀਂ ਇੰਨੇ ਧੱਕੇ ਖਾਦੇ ਨੇ 4 'ਚ। ਫਿਰ ਅਸੀਂ ਭੱਜੇ। ਫਿਰ ਮੈਂ ਧੀ ਲੈ ਕੇ, ਮਤਲਬ ਪੁਲਿਸ ਵਾਲਾ ਤੁਹਾਨੂੰ ਕਹਿ ਰਿਹਾ ਕਿਵੇਂ ਕਰਨਾ? ਮੈਨੂੰ ਕਹਿੰਦਾ ਵੀ ਹੁਣ ਕਿਵੇਂ ਕਰਨੀ? ਮੈਂ ਕਿਹਾ ਕਰਨੀ ਹੋਣੇਗਾ ਵੀ ਤੁਸੀਂ ਮੁਲਜ਼ਮ ਫੜੋ ਇਹਨੂੰ, ਜ਼ਾਹਿਰੀ ਗੱਲ ਹੁਣ ਸਜ਼ਾ ਤਾਂ ਮਿਲਣੀ ਚਾਹੀਦੀ। ਜਿਹਨੇ ਇੰਨਾ ਕੁਛ ਕੀਤਾ ਹੈ, ਕਿਸ ਮਕਸਦ ਲਈ ਉਹਨੇ ਕੀਤਾ, ਕਿਉਂ ਕੀਤਾ ਹੈ, ਇਹਨੂੰ ਐਸੀ ਸਜ਼ਾ ਦਿਓ ਕਿ ਯਾਦ ਪਿਆ ਰੱਖੇ।
ਤਾਂ ਉਹ ਪੁਲਿਸ ਵਾਲਾ ਬੋਲਿਆ ਤਾਂ ਉਹਨੇ ਮੈਨੂੰ ਅੱਗੋਂ ਆਖਿਆ ਵੀ ਤੁਸੀਂ ਇਹ ਤੁਹਾਡਾ ਕੰਮ ਹੈ, ਸਾਨੂੰ ਮੁਲਜ਼ਮ ਫੜਾਉਣਾ ਸਾਡਾ ਕੰਮ ਨਹੀਂ ਹੁੰਦਾ। ਤਾਂ ਮੈਂ ਫਿਰ ਉਹਨਾਂ ਨਾਲ ਮੇਰੀ ਬਹਿਸ ਹੋ ਗਈ। ਮੈਂ ਆਖਿਆ ਵੀ ਇਹ ਤਾਂ ਗੱਲ ਨਾ ਹੋਈ ਵੀ ਅਸੀਂ ਇੰਨੀ ਦੇਰ ਦੇ ਕੱਲ੍ਹ ਦੇ ਸਾਰੀ ਰਾਤ ਦੇ ਅਸੀਂ ਭੱਜੇ ਫਿਰਨੇ ਆ, ਕਿਹੜੀ ਗੱਲੋਂ ਅਸੀਂ ਭੱਜੇ ਫਿਰਨੇ, ਇਸੇ ਵਾਸਤੇ ਵੀ ਸਾਨੂੰ ਤੁਸੀਂ ਮੁਲਜ਼ਮ ਆਪਦੇ ਕੋਲ ਵੀ ਫੜੋ, ਉਹਨੂੰ ਪੇਸ਼ ਕਰੋ। ਉਹਨਾਂ ਆਖਿਆ ਹੋ ਗਿਆ ਨਾ ਕਿ ਨਿਸ਼ਾਨਦੇਹੀ ਕਰੋਗੇ ਤੇ ਅਸੀਂ ਫੜਾਂਗੇ, ਹਾਂਜੀ ਐਵੇਂ ਆਖਿਆ ਉਹਨੇ ਆਖਿਆ ਵੀ ਤੁਸੀਂ ਮੈਨੂੰ ਆਂਦਾ ਵੀ ਤੁਹਾਡੇ 7 ਸਾਲ ਹੋ ਗਿਆ ਸ਼ਾਦੀ ਨੂੰ, ਆਪਦੇ ਸਹੁਰਿਆਂ ਚੋਂ ਉਹਦੇ ਭੈਣ ਦਾ ਜਾਂ ਭਰਾ ਦਾ ਜਾਂ ਕਿਸੇ ਦਾ ਕੋਈ ਸਾਨੂੰ ਵੀ ਦੱਸ ਕਿੱਥੇ ਗਿਆ ਪਤਾ ਕਰਕੇ। ਜਿਹੜਾ ਤੁਹਾਡਾ ਸ਼ੋਹਰ ਹੈ ਉਹਦਾ ਕੋਈ ਅੱਗਾ ਪਿੱਛਾ ਹੈ ਕਿ ਕਿੱਥੇ ਅੱਛਾ ਤੇ ਹੈ ਵੇ ਤੇ ਕਿਹੜੀ ਲੇਕਿਨ ਜਗ੍ਹਾ ਦਾ ਉਹ ਰਹਿੰਦਾ? ਉਹ ਮੇਰਾ ਸ਼ੋਹਰ ਤੇ ਵਰ ਬਟਨ ਦੇ ਰਹਿਣ ਵਾਲੇ ਨੇ ਤੇ ਲੇਕਿਨ ਉਹਦੀ ਅੰਮੀ ਤੇ ਉਹਦਾ ਭਾਈ ਹੈਗਾ ਉਹਦਾ ਬੁਣੀ ਹੈਗਾ ਤੇ ਉਹ ਲਾਹੌਰ ਰਹਿੰਦੇ ਆ ਨਾ। ਤੁਹਾਡਾ ਸ਼ੋਹਰ ਉਹ ਕਿੱਥੇ ਕਰਦਾ ਸੀ? ਕੰਮ ਤੇ ਇੱਥੇ ਕੁੜੀਆਂ ਚ ਹੀ ਕਰਦਾ ਸੀ, ਇੱਥੇ ਹੀ ਰਹਿੰਦਾ ਸੀ ਮੇਰੇ ਕੋਲ ਹੀ। ਅੱਛਾ, ਤੁਸੀਂ ਇਹ ਦੱਸੋ ਕਿ ਸਾਰਾ ਦਿਨ ਕੰਮ ਕਰਦੇ ਸੀ, ਰਾਤ ਨੂੰ ਘਰ ਆ ਜਾਂਦੇ ਸੀ। ਜੀ ਬਾਜੀ, ਇਸ ਤੋਂ ਪਹਿਲੋਂ 7 ਸਾਲ ਤੁਸੀਂ ਦੱਸਿਆ ਤੁਹਾਡੀ ਸ਼ਾਦੀ ਨੂੰ ਹੋ ਗਏ ਨੇ। ਹਾਂਜੀ 7 ਸਾਲ ਦੇ ਦੌਰਾਨ ਤੁਹਾਨੂੰ ਕਦੀ ਇਹ ਮਹਿਸੂਸ ਨਹੀਂ ਹੋਇਆ ਕਿ ਇਹਦੀਆਂ ਗਲਤ ਹਰਕਤਾਂ ਨੇ ਜਾਂ ਕਿਸੇ ਹੋਰ ਨਾਲ ਵੀ ਉਹਨੇ ਕਦੀ ਬਦਤਮੀਜ਼ੀ ਕੀਤੀ ਸੀ ਜਾਂ ਕਦੀ ਵੈਸੇ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਰਹਿੰਦੇ ਸੀ, ਵੀ ਗੁੱਸੇ ਹੋ ਲੈਂਦਾ ਸੀ, ਬੱਚਿਆਂ ਨੂੰ ਮਾਰ ਕੁੱਟ ਲੈਂਦਾ ਸੀ, ਗਾਲੀ ਗਲੋਚ ਕਰ ਲੈਂਦਾ ਸੀ, ਸਾਰਾ ਮੈਨੂੰ ਵੀ ਮਾਰ ਲੈਂਦਾ ਸੀ ਗੁੱਸੇ 'ਚ ਆ ਕੇ, ਤੇ ਬੜਾ ਕੁਛ ਕਰਦਾ ਸੀ। ਲੇਕਿਨ ਇੰਜ ਦਾ ਨਹੀਂ ਅਸੀਂ ਅਸੂਲ ਵੇਖਿਆ ਸੀ ਜਿਵੇਂ ਦਾ ਉਹਨੇ ਹੁਣ ਸਾਨੂੰ ਵਹਾ। ਤੁਹਾਨੂੰ ਕਦੀ ਸ਼ੱਕ ਸ਼ੁਬਾ ਨਹੀਂ ਹੋਇਆ ਕਿ ਬੱਚੀ ਨਾਲ ਉਹਨੇ ਪਹਿਲੋਂ ਵੀ ਕਦੀ ਕੋਈ ਜ਼ਿਆਦਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕਦੀ ਉਹਨੇ ਕੋਈ ਗਲਤ ਹਰਕਤ ਕੀਤੀ? ਤੁਹਾਨੂੰ ਇਸ ਕਿਸਮ ਦਾ ਕਦੀ ਨਹੀਂ ਸ਼ੱਕ ਹੋਇਆ? ਨਹੀਂ, ਮੈਨੂੰ ਨਹੀਂ ਇਸ ਗੱਲ ਦਾ ਇਲਮ ਹੈਗਾ ਕਿਸੇ ਗੱਲ ਦਾ ਵੀ, ਕਦੀ ਮਹਿਸੂਸ ਨਹੀਂ ਹੋਇਆ? ਨਹੀਂ। ਅੱਜ ਤੁਹਾਡੀ ਅੱਲਾ ਹਕਾਮ ਅੱਗੇ ਕੀ ਅਪੀਲ ਹੈ, ਕੀ ਆਖਣਾ ਚਾਹੋਗੇ ਤੁਸੀਂ? ਸਾਡੀ ਤਾਂ ਇਹ ਅਪੀਲ ਹੈ ਕਿ ਮੈਂ ਤਾਂ ਗਰੀਬ ਆਦਮੀ ਆ ਤੇ ਮੈਂ ਤੇ ਖੁਦ ਆਪ ਮਜ਼ਦੂਰੀ ਕਰਨੀ ਆ, ਬਾਹਰ ਜਾਨੀ ਆ, ਦਿਹਾੜੀ ਜਾਨੀ, ਬੱਚਿਆਂ ਨੂੰ ਵੀ ਨਾਲ ਲੈ ਕੇ ਜਾਨੀ, ਆਪ ਵੀ ਜਾਨੀ ਆ, ਤੇ ਮੇਰੇ 'ਚ ਤੇ ਇੰਨੀ ਹਿੰਮਤ ਨਹੀਂ ਹੈਗੀ ਕਿ ਮੈਂ ਕਿਸੇ ਪਾਸੇ ਵੀ ਕੁਝ। ਹੁਣ ਮੇਰੇ ਤੇ ਘਰ ਅੱਜ ਆਖੋ ਤੇ ਅੱਜ ਵੀ 1 ਰੁਪਿਆ ਨਹੀਂ ਹੈਗਾ ਵੀ ਜਿਹੜੇ ਮੈਂ ਕਮਾਣੀ ਹੈ ਨਾ ਉਹੀ ਮੈਂ ਖਾਣੀ ਆ, ਤੇ ਮੇਰੇ ਇੰਨੀ ਗਰੀਬੀ ਮੇਰੇ ਸਿਰ ਤੇ ਆ। ਤੇ ਮੈਂ ਤੁਹਾਡੇ ਨਾਲ ਸਾਰਾ ਕੁਝ ਹੋ ਗਿਆ, ਕੋਈ ਮੈਂਬਰ ਜਾਂ ਕੋਈ MP ਹੈ ਜਾਂ ਕੋਈ ਨਾ MLA ਕੋਈ ਕਿਸੇ ਨਹੀਂ? ਨੇ ਮੇਰੇ ਨਾਲ ਤਾਵਨ ਕੀਤਾ, ਨਾ ਮੇਰੇ ਨਾਲ ਕਿਸੇ ਕੋਈ ਗੱਲ ਕੀਤੀ, ਨਾ ਅਜੇ ਤੱਕ ਕੋਈ ਮੇਰੇ ਨਾਲ ਟੁਰਿਆ ਹੀ ਹੈ। ਤਾਂ ਹੁਣ ਇਹ ਹੀ ਮੇਰੀ ਗੁਜ਼ਾਰਿਸ਼ ਹੈ ਕਿ ਵੀ ਜਿਵੇਂ ਵੀ ਹੋ ਸਕੇ ਨਾ ਤੇ ਫਟਾਫਟ ਇਹਨੂੰ ਫੜੋ ਤੇ ਫੜ ਕੇ ਤੈਨੂੰ ਫਾਂਸੀ ਦਿਓ। ਬਹੁਤ ਪਰੇਸ਼ਾਨ ਤੇ ਬਹੁਤ ਟੈਨਸ਼ਨ ਮੈਨੂੰ ਇਸ ਗੱਲ ਦੀ ਹੈ ਕਿ ਮੇਰਾ ਦਿਲ ਕਰਦਾ ਕਿ ਮੇਰੇ ਸਾਹਮਣੇ ਹੋਵੇ ਤੇ ਮੈਂ ਇਹਨੂੰ ਆਪ ਫੜ ਕੇ ਫੈਰ ਮਾਰ ਦੇਵਾਂ। ਬਹੁਤ ਮੈਨੂੰ ਇਸ ਗੱਲ ਦੀ ਪਰੇਸ਼ਾਨੀ। ਤੁਸੀਂ ਦੱਸੋ ਕਿ ਤੁਹਾਨੂੰ ਇਹ ਵਾਕਿਆ ਦਾ ਕਿਸ ਤਰ੍ਹਾਂ ਪਤਾ ਲੱਗਾ? ਮੈਂ ਤੇ ਦੁਕਾਨ ਤੇ ਕੰਮ ਤੇ ਗਿਆ ਹੋਇਆ ਸੀ ਦਾ ਕੀ ਕੰਮ ਕਰਦੇ ਹੋ ਤੁਸੀਂ? ਮੋਟਰਸਾਈਕਲਾਂ ਕੰਮ ਕਰਨਾ ਮੈਂ ਤੇ ਦੁਕਾਨ ਤੇ ਸਿੱਧਾ ਮਗਰੋਂ ਬੜੇ ਭਾਈ ਨੇ ਫੋਨ ਕਰਕੇ ਮੈਨੂੰ ਦੱਸਿਆ ਸੀਦਾ ਵੀ ਕਾਰ ਇੰਜ ਦਾ ਵਾਕਿਆ ਪੇਸ਼ ਹੋ ਗਿਆ ਤੇ ਦੁਕਾਨ ਬੰਦ ਕਰਕੇ ਤੂੰ ਘਰ ਆ ਗਿਆ। ਤੇ ਮੈਂ ਫਿਰ ਜਦੋਂ ਘਰ ਆਇਆ ਤੇ ਆਉਂਦਿਆਂ ਨੂੰ ਇਹ ਵਾਕਿਆ ਬਣਿਆ ਪਿਆ ਸੀ ਤਾਂ ਮੈਨੂੰ ਤਾਂ ਪਤਾ ਲੱਗਿਆ ਸੀ। ਤੁਸੀਂ ਉਸ ਤੋਂ ਬਾਅਦ ਕੀ ਕੀਤਾ? ਮੈਂ ਫਿਰ ਉਸ ਟਾਈਮ ਆ ਕੇ ਘਰ ਸਾਰੀ ਪੁੱਛਣ ਕੀਤੀ ਵੀ ਇਹ ਕੀ ਵਜ੍ਹਾ ਬਣੀ, ਕਿਵੇਂ ਬਣੀ, ਕੀ ਹੋਇਆ, ਸਾਰਾ ਮੈਂ ਪਤਾ ਸੁਰ ਕੀਤਾ ਹੈਗਾ। ਤੇ ਫਿਰ ਘਰ ਵਾਲਿਆਂ ਨਾਲ ਮਸ਼ਵਰਾ ਕੀਤਾ ਮੈਂ ਵੀ ਇਹਦਾ ਹੁਣ ਕੀ ਹੱਲ ਕਰਨਾ ਚਾਹੀਦਾ। ਤੇ ਅੰਮੀ ਘਰ ਨਹੀਂ ਸੀ ਹੈਗੀ ਤੇ ਵਾਲਦਾ ਵੀ ਇਹਦੀ ਬੱਚੀ ਦੀ ਘਰ ਨਹੀਂ ਸੀ ਹੈਗੀ। ਮੈਂ ਵੀ ਚਲੋ ਇਹ ਘਰ ਆਵੰਦੀਆਂ ਤੇ ਫਿਰ ਇਹਨਾਂ ਜਿਹੜਾ ਨਾ ਕੋਈ ਕਰਨੇ ਆ ਕੋਈ ਗੱਲਬਾਤ ਤੇ ਵੀ ਇਹਨਾਂ ਸਲਾਹ ਕਰਕੇ ਹੀ ਹੈਗਾ ਕੰਮ ਕਰਨਾ। ਤੇ ਫਿਰ ਜਦੋਂ ਇਹ ਘਰ ਆਈਆਂ ਤੇ ਫਿਰ ਇਹਨਾਂ ਮਸ਼ਵਰਾ ਕੀਤਾ ਮੈਂ ਤੇ ਉਹਨਾਂ ਨੂੰ ਪੁੱਛਿਆ, ਦੱਸਿਆ ਉਹਨਾਂ ਵੀ 15 ਤੇ ਕਾਲ ਕਰਕੇ ਤੇ ਇਹਦੀ ਕੰਪਲੇਨ ਦਰਜ ਕਰਾਓ, ਇਹਦੀ ਦਰਖਾਸਤ ਦੇਵੋ। ਤੇ ਫਿਰ ਮੈਂ 15 ਤੇ ਕਾਲ ਕੀਤੀ ਪੁਲਿਸ ਨੂੰ ਤੇ ਕਰਕੇ ਤੇ ਪੁਲਿਸ ਬੁਲਾਈ। ਪੁਲਿਸ ਮੌਕੇ ਤੇ ਆ ਗਈ? ਹਾਂਜੀ। ਤੇ ਫਿਰ ਉਹ ਆਏ, ਫਿਰ ਆ ਕੇ ਤੇ ਉਹਨਾਂ ਨੇ ਆਖਿਆ ਵੀ ਤੁਸੀਂ ਇੰਜ ਕਰੋ, ਅਸੀਂ ਤਾਂ ਹੁਣ ਇਸ ਟਾਈਮ ਗਸ਼ਤ ਤੇ ਚੱਲੇ ਹਾਂ ਤੇ ਤੁਸੀਂ ਜਿਹੜਾ ਨਾ ਥਾਣੇ ਜਾਓ, ਉੱਥੋਂ ਦਰਖਾਸਤ ਲਿਖਾ ਕੇ ਤੇ ਉਹਦੇ ਜਾਣਾ ਪੇਸ਼ ਕਰੋ, ਉੱਥੇ ਸਾਰਾ ਕੋਈ ਇਹਦਾ ਮੈਡੀਕਲ ਵਗੈਰਾ ਕਰਵਾਓ। ਫਿਰ ਮੈਡੀਕਲ ਕਰਵਾਇਆ? ਹਾਂਜੀ, ਰਾਤ 1-1:30 ਮੈਡੀਕਲ 'ਚ ਸਾਬਤ ਹੋ ਗਿਆ? ਹਾਂ, ਮੈਡੀਕਲ ਸਾਬਤ ਹੋ ਗਿਆ ਹੈਗਾ। ਰਾਤ ਸਾਰੀ ਅਸੀਂ 1-1:30 ਵਜੇ ਤੱਕ ਇੱਥੇ ਖੁੜੀਆਂ ਥਾਣੇ 'ਚ ਬੈਠੇ ਰਹੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਸਾਨੂੰ ਲਿਖ ਕੇ ਦੇ ਦਿੱਤਾ। ਅਸੀਂ ਫਿਰ ਉੱਥੇ DHQ ਕਸੂਰ ਚਲੇ ਗਏ। ਉੱਥੇ ਵੀ ਸਾਰੀ ਰਾਤ ਸਾਡੀ ਐਵੇਂ ਗੱਲ 'ਚ ਪੈ ਗਈ। ਅੱਗੋਂ ਦਿਨੇ ਵੀ ਸਾਰੀ ਦਿਹਾੜੀ ਅਸੀਂ ਲੱਗੇ ਫਿਰੇ ਉੱਥੇ ਹੀ। ਤੇ ਉੱਥੋਂ ਫਿਰ ਮੈਡੀਕਲ ਜਾਂ ਸਬੂਤ ਵਗੈਰਾ ਉਹਨਾਂ ਨੇ ਪਾਰਸਲ ਭੇਜੇ ਫਿਰ ਇੱਥੇ ਇਹਨਾਂ ਨੂੰ। ਤੇ ASI ਲੇਡੀਜ਼ ਜਿਹੜੀ ਸੀ ਉਹ ਮੇਰੇ ਨਾਲ ਆਈ ਸੀ ਇੱਥੇ ਕੁੜੀਆਂ, ਤੇ ਉਹਨੇ ਆ ਕੇ ਇੱਥੇ ਇਹਨਾਂ ਨੂੰ ਸਾਰਾ ਕੁਝ ਜਮ੍ਹਾਂ ਕਰਵਾਇਆ ਸੀ, ਸੈਂਪਲ ਵਗੈਰਾ ਉਹ ਜਮ੍ਹਾਂ ਕਰਵਾ ਕੇ ਤੇ ਉਹ ਫਿਰ ਚਲੀ ਗਈ ਸੀ ਦੀ। ਤੇ ਬਾਅਦ 'ਚ ਫਿਰ ਹੁਣ ਬਾਕੀ ਗੱਲਬਾਤ ਇਹਨਾਂ ਦੀ ਰਹਿ ਗਈ। ਇਹਨਾਂ ਨੂੰ ਇਹਨੇ ਬਾਜੀ ਨੇ ਆਖਿਆ ਸੀ ਦਾ ਵੀ ਤੁਸੀਂ ਜਿਹੜਾ ਨਾ ਇਹਨੂੰ ਹੁਣ ਕੋਸ਼ਿਸ਼ ਕਰੋ, ਕਾਰਵਾਈ ਸ਼ੁਰੂ ਕਰੋ, ਇਹਨੂੰ ਫੜੋ ਉਸ ਮੁਜਰਮ ਨੂੰ ਕਿਵੇਂ ਨਾ ਕਿਵੇਂ। ਤੁਹਾਡੀ ਅੱਲਾ ਹਕਾਮ ਅੱਗੇ ਕੀ ਅਪੀਲ ਹੈ? ਹੁਣ ਆਲਾ ਮਕਾਮ ਤੇ ਇਹ ਹੈਗਾ ਕਿ ਅਸੀਂ ਹੁਣ ਇਹ ਚਾਹੁੰਦੇ ਹੈਗੇ ਵੀ ਕਿਵੇਂ ਵੀ ਕਰਕੇ ਇਹਨੂੰ ਨਾ ਕੜੀ ਤੋਂ ਕੜੀ ਸਜ਼ਾ ਮਿਲੇ, ਹੋ ਸਕੇ ਕਿ ਇਹਨੂੰ ਫਾਂਸੀ ਹੋ ਜਾਵੇ, ਬਿਹਤਰ ਹੱਲ ਇਹੀ ਹੈ ਤਾਂ ਕਿ ਕਿਸੇ ਹੋਰ ਧੀ ਭੈਣ ਦੀ ਇੱਜ਼ਤ ਨਾ उछाले। जी तो नाजरीन, मैं इस वक्त मौजूद हूँ उस नन्ही और मासूम कली के पास जिसके साथ ये ज़्यादती हुई है। उसी की ज़बानी सारा हाल जानते हैं। जी अस्सलाम वालेकुम।
वालेकुम अस्सलाम। बेटा की ना है तेरा? इशबा रानी। इशबा रानी केड़ी क्लास च पढ़दे हो? 1। 1 क्लास च पढ़दे हो? माशाल्लाह बहुत अच्छी बच्ची है। बेटा ये दसो कि केड़े स्कूल तुसी पढ़दे हो? सरकारी। सरकारी स्कूल पढ़दे हो? जी। इशबा रानी बेटा तेरे पापा ने तेरे किस तरह ज्यादती की थी, इस बारे च दसो जी। सुबह मेरे भाई ते मेरी बहन स्कूल चले गए, मैं निशा गई ते मैं ठीक नहीं है तो मैं घर का काम किते तो मैं लेट गई। पापा आया, पापा ने कहा कि मैं बाहर साथ पापा कहंदा कमरे च चल, मैं नहीं गई ते पापा कहंदा जे तू कमरे च ना गई तो मैं तेन ज़िबा कर दांगा। फिर मैं पापा ने क्या भी मैं तेन ज़िबा कर दांगा? हाँ जी। तो फिर मैं कमरे च चली गई। कमरे च चली गई। फिर तेन तेरा पापा डरांदा सी छुरी लैके? फिर मैं नहीं सिखा दी, मेरे पापा ने ज़बरदस्ती की तो फिर मैं छुरी दे डरावा दिता। मेरे पापा कहंदा अगर तू ना किया तो मैं तेन इत्थे ही ज़िबा कर देना, ना ही तू किसी ने दसना है ना ही तू शोर करना है। जे तू शोर किया तो तावी मैं तेन ज़िबा कर दांगा। फिर ज्यादती करके किधर चला गया? फिर उन्हें फिर चले गए सी बाहर तो फिर उस बाद आए नहीं दोबारा घर। फिर मेरा भाई आया तो मैं फिर ये भाई नूं घल्लिया सी उधर। आपदे भाई नूं घल्लिया सी? जी। किधर घल्लिया सी? मेरे नानू घर। जी तो नाजरीन ये टीवी स्क्रीन पे आप देख सकते हैं फजल महमूद जो कि पुलिस को मतलूब है और पुलिस भी तफ्तीश कर रही है, पुलिस भी अपनी तफ्तीश कर रही है और ये शख्स जो मतलूब है, भागा हुआ है, भगोड़ा है, इसको पुलिस भी पकड़ने की कोशिश कर रही है। अगर आपको भी किसी न किसी जगह पे ये नज़र आए तो फौरी तौर पे पुलिस को इतला दीजिएगा। आपने सारा प्रोग्राम देखा, बहुत ही अफसोसनाक वाक़या पेश आया है। एक बाप ने अपनी बेटी के साथ ज़्यादती की है जो कि बहुत ही दुख भरी बात है। आला हुकाम से हमारी भी यही अपील है कि इस घराने को इंसाफ चाहिए और उन्होंने भी अपने इंसाफ की जो है अपील की है। तो इसी के साथ मुझे इजाज़त दीजिए। मेरे साथ थे सीनियर कैमरामैन माजिद अली। नेक्स्ट इंशाल्लाह दोबारा किसी न किसी और प्रोग्राम के साथ दोबारा मिलेंगे, तब तक इजाज़त दीजिए। अल्लाह निगहबान।